एनडीपी आगू ने ट्रूडो सरकार ਨੂੰ ਇੱਕ ਵਾਰ ਫਿਰ ਤੋਂ ਘੇਰਿਆ। ਬ੍ਰਿਟਿਸ਼ ਕੋਲੰਬੀਆ ਵਿੱਚ ਬਜ਼ੁਰਗਾਂ ਲਈ ਕੋਵਿਡ ਵੈਕਸੀਨ ਦੀ ਪਹਿਲੀ ਲਹਿਰ ਹੋਵੇਗੀ ਰਜਿਸਟਰ। ਓਨਟਾਰੀਓ ਵਿੱਚ ਗ੍ਰੇ ਜ਼ੋਨ ਅਤੇ ਰੈੱਡ ਜ਼ੋਨ ਨੂੰ ਲੈ ਕੇ ਕੀਤੀਆਂ ਗਈਆਂ ਤਬਦੀਲੀਆਂ। ਜਸਟਿਨ ਟਰੂਡੋ ਸਰਕਾਰ ਦੀਆਂ ਮੁਸ਼ਕਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ। ਟਰੂਡੋ ਸਰਕਾਰ ਦਾ ਸਹਾਰਾ ਐਨਡੀਪੀ ਨੇ ਵੀ ਹੁਣ ਸਰਕਾਰ ਦਾ ਤਿੱਖਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ। ਐਨਡੀਪੀ ਆਗੂ ਜਗਮੀਤ ਸਿੰਘ ਦਾ ਕਹਿਣਾ ਹੈ ਕਿ ਲਿਬਰਲ ਸਰਕਾਰ ਵੱਲੋਂ ਸਾਬਕਾ ਆਰਮੀ ਸਟਾਫ ਦੇ ਮੁਖੀ ਚੀਫ ਜਨਰਲ ਜੋਨਾਥਨ ਵੌਨਸ ਉੱਤੇ ਲੱਗੇ ਦੋਸ਼ਾਂ ਨਾਲ ਨਜਿੱਠਣ ਦਾ ਜੋ ਢੰਗ ਹੈ ਉਹ ਬਿਲਕੁਲ ਠੀਕ ਨਹੀਂ ਹੈ। ਇਸ ਨਾਲ ਕੈਨੇਡੀਅਨਾਂ ਦਾ ਸਰਕਾਰ ਤੇ ਭਰੋਸਾ ਖਤਮ ਹੋ ਗਿਆ ਹੈ। ਐਨਡੀਪੀ ਆਗੂ ਨੇ ਜਿਨਸੀ ਸ਼ੋਸ਼ਣ ਦੇ ਪੀੜਤਾਂ ਨੂੰ ਇਨਸਾਫ ਦਿਵਾਉਣ ਯੋਗ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ। ਜਗਮੀਤ ਸਿੰਘ ਨੇ ਕਿਹਾ ਹੈ ਕਿ ਉਹਨਾਂ ਨੂੰ ਇਸ ਬਾਰੇ ਗੰਭੀਰ ਚਿੰਤਾ ਹੈ ਕਿ ਕਿਵੇਂ ਰੱਖਿਆ ਮੰਤਰੀ ਹਰਜੀਤ ਸੱਜਣ ਨੇ ਕਥਿਤ ਤੌਰ ਤੇ ਵੈਂਸ ਖਿਲਾਫ ਲੱਗੇ ਦੋਸ਼ਾਂ ਦੀ ਪਹਿਲੀ ਰਿਪੋਰਟ ਨੂੰ ਅਣਦੇਖਿਆ ਕਰ ਦਿੱਤਾ। ਸਿੰਘ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੇ ਇਲਜ਼ਾਮ ਲਾਉਂਦੇ ਹੋਏ ਕਿਹਾ ਹੈ ਕਿ ਉਹ ਇਸ ਮਾਮਲੇ ਵਿੱਚ ਹੁਣ ਤੱਕ ਸੱਜਣ ਦੇ ਨਾਲ ਖੜੇ ਹਨ। ਉਹਨਾਂ ਕਿਹਾ, ਅਸੀਂ ਜੋ ਵੀ ਵੇਖ ਰਹੇ ਹਾਂ ਉਹ ਅਸਲ ਵਿੱਚ ਕੈਨੇਡੀਅਨਾਂ ਦੇ ਭਰੋਸੇ ਨੂੰ ਤੋੜਨ ਵਾਂਗ ਹੈ। ਸਾਡੇ ਦੇਸ਼ ਦੀ ਸੇਵਾ ਕਰਨ ਵਾਲੇ ਲੋਕ, ਖਾਸ ਕਰਕੇ ਹਥਿਆਰਬੰਦ ਬਲਾਂ ਨੂੰ ਸੁਰੱਖਿਅਤ ਰਹਿਣ ਦੀ ਲੋੜ ਹੈ। ਮੈਨੂੰ ਗੰਭੀਰ ਚਿੰਤਾ ਹੈ ਅਤੇ ਇਹ ਮੰਤਰੀ ਤੇ ਨਹੀਂ ਰੁਕਦਾ। ਇਹ ਸਾਰਾ ਰਸਤਾ ਜਸਟਿਨ ਟਰੂਡੋ ਤੱਕ ਜਾਂਦਾ ਹੈ। ਉਧਰ ਵੈਂਸ ਨੇ ਇੱਕ ਵਾਰ ਫਿਰ ਤੋਂ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਵੋਲਬਨ ਨੇ ਕਮੇਟੀ ਨੂੰ ਦੱਸਿਆ ਕਿ ਉਸਨੇ ਮਾਰਚ 2018 ਵਿੱਚ ਸੱਜਣ ਨਾਲ ਇੱਕ ਨਿੱਜੀ ਮੁਲਾਕਾਤ ਦੌਰਾਨ ਵੈਂਸ ਖਿਲਾਫ ਇਲਜ਼ਾਮ ਲਗਾਏ ਸਨ। ਬ੍ਰਿਟਿਸ਼ ਕੋਲੰਬੀਆ ਸੋਮਵਾਰ ਨੂੰ ਕੋਵਿਡ-19 ਟੀਕਿਆਂ ਲਈ ਆਪਣੇ ਬਜ਼ੁਰਗਾਂ ਦੀ ਪਹਿਲੀ ਲਹਿਰ ਰਜਿਸਟਰ ਕਰਨ ਦੀ ਤਿਆਰੀ ਕਰ ਰਿਹਾ ਹੈ। ਸੂਬੇ ਦੇ ਸੱਭਿਆਚਾਰਕ ਭਾਈਚਾਰਿਆਂ ਦੇ ਆਗੂ ਆਪਣੇ ਮੈਂਬਰਾਂ ਤੱਕ ਇਹ ਸ਼ਬਦ ਪਹੁੰਚਾਉਣ ਲਈ ਓਵਰਟਾਈਮ ਕੰਮ ਕਰ ਰਹੇ ਹਨ। ਵੈਨਕੂਵਰ ਕੋਸਟਲ ਹੈਲਥ ਅਤੇ ਫਰੇਜ਼ਰ ਹੈਲਥ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹਨਾਂ ਦੇ ਟੀਕਾ ਬੁਕਿੰਗ ਕਾਲ ਸੈਂਟਰਾਂ ਵਿੱਚ ਇੰਟਰਪ੍ਰੀਟਰਸ ਵੱਖ-ਵੱਖ ਭਾਸ਼ਾਵਾਂ ਨੂੰ ਸੰਭਾਲਣ ਦੇ ਯੋਗ ਹੋਣਗੇ। ਸੂਬੇ ਨੇ ਆਪਣੀ ਵੈਬਸਾਈਟ ਤੇ ਟੀਕੇ ਦੀ ਜਾਣਕਾਰੀ ਵੀ ਪੋਸਟ ਕੀਤੀ ਹੈ, ਪਰ ਚਿੰਤਾ ਇਹ ਬਣੀ ਹੋਈ ਹੈ ਕਿ ਅੰਗਰੇਜ਼ੀ ਦੇ ਸੀਮਤ ਹੁਨਰਾਂ ਵਾਲੇ ਬਹੁਤ ਸਾਰੇ ਬਜ਼ੁਰਗ ਇਸ ਤੋਂ ਵਾਂਝੇ ਰਹਿ ਸਕਦੇ ਹਨ। ਸਰੀ ਵਿੱਚ ਗੁਰਦੁਆਰਾ ਦੁੱਖ ਨਿਵਾਰਨ ਨੇ ਕਮਿਊਨਿਟੀ ਵਿਚਲੇ ਦੱਖਣੀ ਏਸ਼ੀਆਈ ਬਜ਼ੁਰਗਾਂ ਨਾਲ ਜੁੜਨ ਦੀ ਕੋਸ਼ਿਸ਼ ਕੀਤੀ ਹੈ। ਗੁਰਦੁਆਰਾ ਸਵੇਰੇ 7 ਵਜੇ ਤੋਂ ਸ਼ਾਮ 7 ਵਜੇ ਤੱਕ ਇੱਕ ਡੈਸਕ ਦਾ ਕੰਮ ਕਰੇਗਾ। ਹਰ ਰੋਜ਼ ਜਦੋਂ ਬਜ਼ੁਰਗ ਸਿੱਧੇ ਤੌਰ ਤੇ ਪਹੁੰਚ ਸਕਦੇ ਹਨ ਜੋ ਉਹਨਾਂ ਲਈ ਉਹਨਾਂ ਦੇ ਟੀਕੇ ਬੁੱਕ ਕਰੇਗਾ। ਪ੍ਰਧਾਨ ਨਰਿੰਦਰ ਸਿੰਘ ਵਾਲੀਆ ਨੇ ਦੱਸਿਆ ਕਿ ਹਰ ਕੋਈ ਹੁਣ ਟੀਕੇ ਲਈ ਉਤਸ਼ਾਹਿਤ ਹੈ। ਉਹਨਾਂ ਕਿਹਾ ਕਿ ਸਾਡੀ ਕਮਿਊਨਿਟੀ ਵਿੱਚ ਬਜ਼ੁਰਗ ਲੋਕ ਨਹੀਂ ਜਾਣਦੇ ਕਿ ਅੰਗਰੇਜ਼ੀ ਕਿਵੇਂ ਬੋਲਣੀ ਹੈ, ਆਪਣੀਆਂ ਮੁਲਾਕਾਤਾਂ ਨੂੰ ਕਿਵੇਂ ਬੁੱਕ ਕਰਨਾ ਹੈ। ਇਸ ਲਈ ਅਸੀਂ ਪਿਛਲੇ ਹਫ਼ਤੇ ਐਲਾਨ ਕੀਤਾ ਸੀ, ਅਸੀਂ ਇੱਥੇ ਇੱਕ ਟੇਬਲ ਸਥਾਪਿਤ ਕਰਾਂਗੇ। ਲੋਕ ਸਾਨੂੰ ਫੋਨ ਕਰ ਸਕਦੇ ਹਨ, ਉਹਨਾਂ ਲਈ ਮੁਲਾਕਾਤ ਅਸੀਂ ਬੁੱਕ ਕਰਾਂਗੇ। ਗੁਰਦੁਆਰਾ ਲੀਡਰਸ਼ਿਪ ਵੀ ਪੰਜਾਬੀ ਵਿੱਚ ਪ੍ਰਿੰਟਿੰਗ ਜਾਣਕਾਰੀ ਲਈ ਛਾਪ ਰਹੀ ਹੈ ਅਤੇ 15 ਮਾਰਚ ਦੇ ਹਫ਼ਤੇ ਦੀ ਸ਼ੁਰੂਆਤ ਵੇਲੇ ਉਹ ਟੀਕੇ ਕਲੀਨਿਕਾਂ ਵਿੱਚ ਬਜ਼ੁਰਗਾਂ ਲਈ ਰਾਈਟਸ ਦਾ ਪ੍ਰਬੰਧ ਕਰ ਰਹੀ ਹੈ। ਗੁਰਦੁਆਰਾ ਕੋਆਰਡੀਨੇਟਰ ਨੀਰਾ ਵਾਲੀਆ ਨੇ ਕਿਹਾ ਕਿ ਕਮਿਊਨਿਟੀ ਦੇ ਰਵਾਇਤੀ ਤੌਰ ਤੇ ਵੱਡੇ ਵਿਆਹਾਂ ਅਤੇ ਅੰਤਿਮ ਸੰਸਕਾਰ ਤੇ ਕੋਵਿਡ-19 ਪਾਬੰਦੀਆਂ ਦਾ ਪ੍ਰਭਾਵ ਭਿਆਨਕ ਰਿਹਾ ਹੈ, ਪਰ 65 ਸਾਲ ਤੋਂ ਵੱਧ ਉਮਰ ਦੇ ਬਹੁਤੇ ਬਜ਼ੁਰਗਾਂ ਲਈ ਸੋਮਵਾਰ ਟੀਕਾਕਰਨ ਲਈ ਸਾਈਨ ਅਪ ਕਰਨ ਦਾ ਉਹਨਾਂ ਦਾ ਪਹਿਲਾ ਮੌਕਾ ਹੋਵੇਗਾ। ਓਨਟਾਰੀਓ ਦਾ ਰੈੱਡ ਕੋਡ ਵਾਲਾ ਫਰੇਮਵਰਕ ਜੋ ਕੋਵਿਡ-19 ਪਾਬੰਦੀਆਂ ਦਾ ਵੇਰਵਾ ਕਰਦਾ ਹੈ ਬਹੁਤ ਹੀ ਕਨਫਿਊਜ਼ਿੰਗ ਹੋ ਸਕਦਾ ਹੈ। ਇਹ ਉਹ ਹੈ ਜੋ ਤੁਹਾਨੂੰ ਜਾਣਨ ਦੀ ਜ਼ਰੂਰਤ ਹੈ। ਟੋਰਾਂਟੋ ਅਤੇ ਪੀਲ ਸੋਮਵਾਰ ਨੂੰ ਗ੍ਰੇ ਲਾਕਡਾਊਨ ਜ਼ੋਨ ਵਿੱਚ ਹੋਣਗੇ ਜੋ ਪਾਬੰਦੀਆਂ ਦੇ ਉੱਚ ਪੱਧਰੀ ਉੱਤੇ ਹਨ। ਯਾਰਕ, ਡਰਹਮ ਅਤੇ ਹਾਲਟਨ ਖੇਤਰ ਰੈੱਡ ਜ਼ੋਨ 'ਚ ਹਨ। ਸੁਪਰਮਾਰਕੀਟ ਅਤੇ ਫਾਰਮੇਸੀ ਸਟੋਰ ਜਿਹੜੇ ਖੁੱਲ੍ਹੇ ਰਹਿਣਗੇ ਉਹਨਾਂ ਵਿੱਚੋਂ ਜੋ ਗ੍ਰੇ ਜ਼ੋਨ ਵਿੱਚ ਆਉਂਦੇ ਹਨ 50% ਸਮਰੱਥਾ ਦੇ ਨਾਲ ਖੁੱਲ੍ਹੇ ਰਹਿਣਗੇ ਅਤੇ ਜੋ ਰੈੱਡ ਜ਼ੋਨ ਵਿੱਚ ਆਉਂਦੇ ਹਨ 75% ਸਮਰੱਥਾ ਦੇ ਨਾਲ ਖੁੱਲ੍ਹੇ ਰਹਿਣਗੇ। ਗ੍ਰੇ ਜ਼ੋਨ ਵਿੱਚ ਆਉਣ ਵਾਲੇ ਰਿਟੇਲ ਸਟੋਰਸ 25% ਸਮਰੱਥਾ ਦੇ ਨਾਲ ਖੁੱਲ੍ਹੇ ਰਹਿਣਗੇ ਅਤੇ ਰੈੱਡ ਜ਼ੋਨ ਵਿੱਚ ਆਉਣ ਵਾਲੇ ਰਿਟੇਲ ਸਟੋਰਸ 50% ਸਮਰੱਥਾ ਦੇ ਨਾਲ ਖੁੱਲ੍ਹੇ ਰਹਿਣਗੇ। ਗ੍ਰੇ ਜ਼ੋਨ ਵਿੱਚ ਆਉਣ ਵਾਲੇ ਰੈਸਟੋਰੈਂਟਸ ਟੇਕ ਆਊਟ ਡਿਲੀਵਰੀ ਲਈ ਖੁੱਲ੍ਹੇ ਰਹਿਣਗੇ, ਇਨਡੋਰ ਅਤੇ ਆਊਟਡੋਰ ਲਈ ਬੰਦ ਰਹਿਣਗੇ ਅਤੇ ਰੈੱਡ ਜ਼ੋਨ ਵਿੱਚ ਆਉਣ ਵਾਲੇ ਰੈਸਟੋਰੈਂਟਸ ਸਵੇਰੇ 5 ਤੋਂ ਰਾਤ 10 ਵਜੇ ਤੱਕ ਖੁੱਲ੍ਹੇ ਰਹਿਣਗੇ। ਇਨਡੋਰ ਵਿੱਚ ਘੱਟੋ ਘੱਟ 10 ਲੋਕ ਇਕੱਠੇ ਹੋ ਸਕਦੇ ਹਨ ਪਰ ਸੋਸ਼ਲ ਡਿਸਟੈਂਸਿੰਗ ਲਾਜ਼ਮੀ ਹੋਵੇਗੀ। ਆਊਟਡੋਰ ਵਿੱਚ 4 ਪਾਰਟੀਜ਼ ਇਕੱਠੀ ਹੋ ਸਕਦੀ ਹੈ। ਗ੍ਰੇ ਜ਼ੋਨ ਵਿੱਚ ਆਉਣ ਵਾਲੇ ਜਿਮਸ ਬੰਦ ਰਹਿਣਗੇ ਅਤੇ ਰੈੱਡ ਜ਼ੋਨ ਵਿੱਚ ਆਉਣ ਵਾਲੇ ਜਿਮ ਇਨਡੋਰ ਵਿੱਚ 10 ਲੋਕ ਇਕੱਠੇ ਹੋ ਸਕਦੇ ਹਨ, ਆਊਟਡੋਰ ਵਿੱਚ 25 ਲੋਕ ਇਕੱਠੇ ਹੋ ਸਕਦੇ ਹਨ। ਪਰਸਨਲ ਕੇਅਰ ਸਰਵਿਸਿਜ਼ ਜੋ ਕਿ ਗ੍ਰੇ ਜ਼ੋਨ ਵਿੱਚ ਆਉਂਦੀਆਂ ਹਨ ਬੰਦ ਰਹਿਣਗੀਆਂ ਅਤੇ ਜੋ ਰੈੱਡ ਜ਼ੋਨ ਵਿੱਚ ਆਉਂਦੀਆਂ ਹਨ ਓਪਨ ਰਹਿਣਗੀਆਂ, ਪਰ ਗੈਸਟ ਦੀ ਸਕਰੀਨਿੰਗ ਜ਼ਰੂਰੀ ਹੋਵੇਗੀ। ਜਸਟਿਨ ਟਰੂਡੋ ਸਰਕਾਰ ਦੀਆਂ ਮੁਸ਼ਕਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ।
ਟਰੂਡੋ ਸਰਕਾਰ ਦਾ ਸਹਾਰਾ ਐਨਡੀਪੀ ਨੇ ਵੀ ਹੁਣ ਸਰਕਾਰ ਦਾ ਤਿੱਖਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ। ਐਨਡੀਪੀ ਆਗੂ ਜਗਮੀਤ ਸਿੰਘ ਦਾ ਕਹਿਣਾ ਹੈ ਕਿ ਲਿਬਰਲ ਸਰਕਾਰ ਵੱਲੋਂ ਸਾਬਕਾ ਆਰਮੀ ਸਟਾਫ ਦੇ ਮੁਖੀ ਚੀਫ ਜਨਰਲ ਜੋਨਾਥਨ ਵਾਰਨਸ ਉੱਤੇ ਲੱਗੇ ਦੋਸ਼ਾਂ ਨਾਲ ਨਜਿੱਠਣ ਦਾ ਜੋ ਢੰਗ ਹੈ ਉਹ ਬਿਲਕੁਲ ਠੀਕ ਨਹੀਂ ਹੈ। ਇਸ ਨਾਲ ਕੈਨੇਡੀਅਨਾਂ ਦਾ ਸਰਕਾਰ ਤੇ ਭਰੋਸਾ ਖਤਮ ਹੋ ਗਿਆ ਹੈ। ਐਨਡੀਪੀ ਆਗੂ ਨੇ ਜਿਨਸੀ ਸ਼ੋਸ਼ਣ ਦੇ ਪੀੜਤਾਂ ਨੂੰ ਇਨਸਾਫ ਦਿਵਾਉਣ ਯੋਗ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ। ਜਗਮੀਤ ਸਿੰਘ ਨੇ ਕਿਹਾ ਹੈ ਕਿ ਉਹਨਾਂ ਨੂੰ ਇਸ ਬਾਰੇ ਗੰਭੀਰ ਚਿੰਤਾ ਹੈ ਕਿ ਕਿਵੇਂ ਰੱਖਿਆ ਮੰਤਰੀ ਹਰਜੀਤ ਸੱਜਣ ਨੇ ਕਥਿਤ ਤੌਰ ਤੇ ਵੈਂਸ ਖਿਲਾਫ ਲੱਗੇ ਦੋਸ਼ਾਂ ਦੀ ਪਹਿਲੀ ਰਿਪੋਰਟ ਨੂੰ ਅਣਦੇਖਿਆ ਕਰ ਦਿੱਤਾ। ਸਿੰਘ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੇ ਇਲਜ਼ਾਮ ਲਾਉਂਦੇ ਹੋਏ ਕਿਹਾ ਹੈ ਕਿ ਉਹ ਇਸ ਮਾਮਲੇ ਵਿੱਚ ਹੁਣ ਤੱਕ ਸੱਜਣ ਦੇ ਨਾਲ ਖੜੇ ਹਨ। ਉਹਨਾਂ ਕਿਹਾ, ਅਸੀਂ ਜੋ ਵੀ ਵੇਖ ਰਹੇ ਹਾਂ ਉਹ ਅਸਲ ਵਿੱਚ ਕੈਨੇਡੀਅਨਾਂ ਦੇ ਭਰੋਸੇ ਨੂੰ ਤੋੜਨ ਵਾਂਗ ਹੈ। ਸਾਡੇ ਦੇਸ਼ ਦੀ ਸੇਵਾ ਕਰਨ ਵਾਲੇ ਲੋਕ, ਖਾਸ ਕਰਕੇ ਹਥਿਆਰਬੰਦ ਬਲਾਂ ਨੂੰ ਸੁਰੱਖਿਅਤ ਰਹਿਣ ਦੀ ਲੋੜ ਹੈ। ਮੈਨੂੰ ਗੰਭੀਰ ਚਿੰਤਾ ਹੈ ਅਤੇ ਇਹ ਮੰਤਰੀ ਤੇ ਨਹੀਂ ਰੁਕਦਾ। ਇਹ ਸਾਰਾ ਰਸਤਾ ਜਸਟਿਨ ਟਰੂਡੋ ਤੱਕ ਜਾਂਦਾ ਹੈ। ਉਧਰ ਵੈਂਸ ਨੇ ਇੱਕ ਵਾਰ ਫਿਰ ਤੋਂ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਵਾਲਬਰਨ ਨੇ ਕਮੇਟੀ ਨੂੰ ਦੱਸਿਆ ਕਿ ਉਸਨੇ ਮਾਰਚ 2018 ਵਿੱਚ ਸੱਜਣ ਨਾਲ ਇੱਕ ਨਿੱਜੀ ਮੁਲਾਕਾਤ ਦੌਰਾਨ ਵੈਂਸ ਖਿਲਾਫ ਇਲਜ਼ਾਮ ਲਗਾਏ ਸਨ। ਬ੍ਰਿਟਿਸ਼ ਕੋਲੰਬੀਆ ਸੋਮਵਾਰ ਨੂੰ ਕੋਵਿਡ-19 ਟੀਕਿਆਂ ਲਈ ਆਪਣੇ ਬਜ਼ੁਰਗਾਂ ਦੀ ਪਹਿਲੀ ਲਹਿਰ ਰਜਿਸਟਰ ਕਰਨ ਦੀ ਤਿਆਰੀ ਕਰ ਰਿਹਾ ਹੈ। ਸੂਬੇ ਦੇ ਸੱਭਿਆਚਾਰਕ ਭਾਈਚਾਰਿਆਂ ਦੇ ਆਗੂ ਆਪਣੇ ਮੈਂਬਰਾਂ ਤੱਕ ਇਹ ਸ਼ਬਦ ਪਹੁੰਚਾਉਣ ਲਈ ਓਵਰਟਾਈਮ ਕੰਮ ਕਰ ਰਹੇ ਹਨ। ਵੈਨਕੂਵਰ ਕੋਸਟਲ ਹੈਲਥ ਅਤੇ ਫਰੇਜ਼ਰ ਹੈਲਥ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹਨਾਂ ਦੇ ਟੀਕਾ ਬੁਕਿੰਗ ਕਾਲ ਸੈਂਟਰਾਂ ਵਿੱਚ ਇੰਟਰਪ੍ਰੀਟਰਸ ਵੱਖ-ਵੱਖ ਭਾਸ਼ਾਵਾਂ ਨੂੰ ਸੰਭਾਲਣ ਦੇ ਯੋਗ ਹੋਣਗੇ। ਸੂਬੇ ਨੇ ਆਪਣੀ ਵੈਬਸਾਈਟ ਤੇ ਟੀਕੇ ਦੀ ਜਾਣਕਾਰੀ ਵੀ ਪੋਸਟ ਕੀਤੀ ਹੈ, ਪਰ ਚਿੰਤਾ ਇਹ ਬਣੀ ਹੋਈ ਹੈ ਕਿ ਅੰਗਰੇਜ਼ੀ ਦੇ ਸੀਮਤ ਹੁਨਰਾਂ ਵਾਲੇ ਬਹੁਤ ਸਾਰੇ ਬਜ਼ੁਰਗ ਇਸ ਤੋਂ ਵਾਂਝੇ ਰਹਿ ਸਕਦੇ ਹਨ। ਸਰੀ ਵਿੱਚ ਗੁਰਦੁਆਰਾ ਦੁੱਖ ਨਿਵਾਰਨ ਨੇ ਕਮਿਊਨਿਟੀ ਵਿਚਲੇ ਦੱਖਣੀ ਏਸ਼ੀਆਈ ਬਜ਼ੁਰਗਾਂ ਨਾਲ ਜੁੜਨ ਦੀ ਕੋਸ਼ਿਸ਼ ਕੀਤੀ ਹੈ। ਗੁਰਦੁਆਰਾ ਸਵੇਰੇ 7 ਵਜੇ ਤੋਂ ਸ਼ਾਮ 7 ਵਜੇ ਤੱਕ ਇੱਕ ਡੈਸਕ ਦਾ ਕੰਮ ਕਰੇਗਾ। ਹਰ ਰੋਜ਼ ਜਦੋਂ ਬਜ਼ੁਰਗ ਸਿੱਧੇ ਤੌਰ ਤੇ ਪਹੁੰਚ ਸਕਦੇ ਹਨ, ਜੋ ਉਹਨਾਂ ਲਈ ਉਹਨਾਂ ਦੇ ਟੀਕੇ ਬੁੱਕ ਕਰੇਗਾ। ਪ੍ਰਧਾਨ ਨਰਿੰਦਰ ਸਿੰਘ ਵਾਲੀਆ ਨੇ ਦੱਸਿਆ ਕਿ ਹਰ ਕੋਈ ਹੁਣ ਟੀਕੇ ਲਈ ਉਤਸ਼ਾਹਿਤ ਹੈ। ਉਹਨਾਂ ਕਿਹਾ ਕਿ ਸਾਡੀ ਕਮਿਊਨਿਟੀ ਵਿੱਚ ਬਜ਼ੁਰਗ ਲੋਕ ਨਹੀਂ ਜਾਣਦੇ ਕਿ ਅੰਗਰੇਜ਼ੀ ਕਿਵੇਂ ਬੋਲਣੀ ਹੈ, ਆਪਣੀਆਂ ਮੁਲਾਕਾਤਾਂ ਨੂੰ ਕਿਵੇਂ ਬੁੱਕ ਕਰਨਾ ਹੈ। ਇਸ ਲਈ ਅਸੀਂ ਪਿਛਲੇ ਹਫ਼ਤੇ ਐਲਾਨ ਕੀਤਾ ਸੀ, ਅਸੀਂ ਇੱਥੇ ਇੱਕ ਟੇਬਲ ਸਥਾਪਿਤ ਕਰਾਂਗੇ। ਲੋਕ ਸਾਨੂੰ ਫੋਨ ਕਰ ਸਕਦੇ ਹਨ, ਉਹਨਾਂ ਲਈ ਮੁਲਾਕਾਤ ਅਸੀਂ ਬੁੱਕ ਕਰਾਂਗੇ। ਗੁਰਦੁਆਰਾ ਲੀਡਰਸ਼ਿਪ ਵੀ ਪੰਜਾਬੀ ਵਿੱਚ ਪ੍ਰਿੰਟਿੰਗ ਜਾਣਕਾਰੀ ਲਈ ਛਾਪ ਰਹੀ ਹੈ ਅਤੇ 15 ਮਾਰਚ ਦੇ ਹਫ਼ਤੇ ਦੀ ਸ਼ੁਰੂਆਤ ਵੇਲੇ ਉਹ ਟੀਕੇ ਕਲੀਨਿਕਾਂ ਵਿੱਚ ਬਜ਼ੁਰਗਾਂ ਲਈ ਰਾਈਟਸ ਦਾ ਪ੍ਰਬੰਧ ਕਰ ਰਹੀ ਹੈ। ਗੁਰਦੁਆਰਾ ਕੋਆਰਡੀਨੇਟਰ ਨੀਰਾ ਵਾਲੀਆ ਨੇ ਕਿਹਾ ਕਿ ਕਮਿਊਨਿਟੀ ਦੇ ਰਵਾਇਤੀ ਤੌਰ ਤੇ ਵੱਡੇ ਵਿਆਹਾਂ ਅਤੇ ਅੰਤਿਮ ਸੰਸਕਾਰ ਤੇ ਕੋਵਿਡ-19 ਪਾਬੰਦੀਆਂ ਦਾ ਪ੍ਰਭਾਵ ਭਿਆਨਕ ਰਿਹਾ ਹੈ, ਪਰ 65 ਸਾਲ ਤੋਂ ਵੱਧ ਉਮਰ ਦੇ ਬਹੁਤੇ ਬਜ਼ੁਰਗਾਂ ਲਈ ਸੋਮਵਾਰ ਟੀਕਾਕਰਨ ਲਈ ਸਾਈਨ ਅਪ ਕਰਨ ਦਾ ਉਹਨਾਂ ਦਾ ਪਹਿਲਾ ਮੌਕਾ ਹੋਵੇਗਾ। ਓਨਟਾਰੀਓ ਦਾ ਰੈੱਡ ਕੋਡ ਵਾਲਾ ਫਰੇਮਵਰਕ ਜੋ ਕੋਵਿਡ-19 ਪਾਬੰਦੀਆਂ ਦਾ ਵੇਰਵਾ ਕਰਦਾ ਹੈ, ਬਹੁਤ ਹੀ ਕਨਫਿਊਜ਼ਿੰਗ ਹੋ ਸਕਦਾ ਹੈ। ਇਹ ਉਹ ਹੈ ਜੋ ਤੁਹਾਨੂੰ ਜਾਣਨ ਦੀ ਜ਼ਰੂਰਤ ਹੈ। ਟੋਰਾਂਟੋ ਅਤੇ ਪੀਲ ਸੋਮਵਾਰ ਨੂੰ ਗ੍ਰੇ ਲਾਕਡਾਊਨ ਜ਼ੋਨ ਵਿੱਚ ਹੋਣਗੇ, ਜੋ ਪਾਬੰਦੀਆਂ ਦੇ ਉੱਚ ਪੱਧਰੀ ਉੱਤੇ ਹਨ। ਯਾਰਕ, ਡਰਹਮ ਅਤੇ ਹਾਲਟਨ ਖੇਤਰ ਰੈੱਡ ਜ਼ੋਨ 'ਚ ਹਨ। ਸੁਪਰਮਾਰਕੀਟ ਅਤੇ ਫਾਰਮੇਸੀ ਸਟੋਰ ਜਿਹੜੇ ਖੁੱਲ੍ਹੇ ਰਹਿਣਗੇ, ਉਹਨਾਂ ਵਿੱਚੋਂ ਜੋ ਗ੍ਰੇ ਜ਼ੋਨ ਵਿੱਚ ਆਉਂਦੇ ਹਨ 50% ਸਮਰੱਥਾ ਦੇ ਨਾਲ ਖੁੱਲ੍ਹੇ ਰਹਿਣਗੇ ਅਤੇ ਜੋ ਰੈੱਡ ਜ਼ੋਨ ਵਿੱਚ ਆਉਂਦੇ ਹਨ 75% ਸਮਰੱਥਾ ਦੇ ਨਾਲ ਖੁੱਲ੍ਹੇ ਰਹਿਣਗੇ। ਗ੍ਰੇ ਜ਼ੋਨ ਵਿੱਚ ਆਉਣ ਵਾਲੇ ਰਿਟੇਲ ਸਟੋਰਸ 25% ਸਮਰੱਥਾ ਦੇ ਨਾਲ ਖੁੱਲ੍ਹੇ ਰਹਿਣਗੇ ਅਤੇ ਰੈੱਡ ਜ਼ੋਨ ਵਿੱਚ ਆਉਣ ਵਾਲੇ ਰਿਟੇਲ ਸਟੋਰਸ 50% ਸਮਰੱਥਾ ਦੇ ਨਾਲ ਖੁੱਲ੍ਹੇ ਰਹਿਣਗੇ। ਗ੍ਰੇ ਜ਼ੋਨ ਵਿੱਚ ਆਉਣ ਵਾਲੇ ਰੈਸਟੋਰੈਂਟਸ ਟੇਕ ਆਊਟ ਡਿਲੀਵਰੀ ਲਈ ਖੁੱਲ੍ਹੇ ਰਹਿਣਗੇ, ਇਨਡੋਰ ਅਤੇ ਆਊਟਡੋਰ ਲਈ ਬੰਦ ਰਹਿਣਗੇ ਅਤੇ ਰੈੱਡ ਜ਼ੋਨ ਵਿੱਚ ਆਉਣ ਵਾਲੇ ਰੈਸਟੋਰੈਂਟਸ ਸਵੇਰੇ 5 ਤੋਂ ਰਾਤ 10 ਵਜੇ ਤੱਕ ਖੁੱਲ੍ਹੇ ਰਹਿਣਗੇ। ਇਨਡੋਰ ਵਿੱਚ ਘੱਟੋ ਘੱਟ 10 ਲੋਕ ਇਕੱਠੇ ਹੋ ਸਕਦੇ ਹਨ, ਪਰ ਸੋਸ਼ਲ ਡਿਸਟੈਂਸਿੰਗ ਲਾਜ਼ਮੀ ਹੋਵੇਗੀ। ਆਊਟਡੋਰ ਵਿੱਚ 4 ਪਾਰਟੀਆਂ ਇਕੱਠੀ ਹੋ ਸਕਦੀ ਹੈ। ਗ੍ਰੇ ਜ਼ੋਨ ਵਿੱਚ ਆਉਣ ਵਾਲੇ ਜਿਮਸ ਬੰਦ ਰਹਿਣਗੇ ਅਤੇ ਰੈੱਡ ਜ਼ੋਨ ਵਿੱਚ ਆਉਣ ਵਾਲੇ ਜਿਮ ਇਨਡੋਰ ਵਿੱਚ 10 ਲੋਕ ਇਕੱਠੇ ਹੋ ਸਕਦੇ ਹਨ, ਆਊਟਡੋਰ ਵਿੱਚ 25 ਲੋਕ ਇਕੱਠੇ ਹੋ ਸਕਦੇ ਹਨ। ਪਰਸਨਲ ਕੇਅਰ ਸਰਵਿਸਿਜ਼ ਜੋ ਕਿ ਗ੍ਰੇ ਜ਼ੋਨ ਵਿੱਚ ਆਉਂਦੀਆਂ ਹਨ ਬੰਦ ਰਹਿਣਗੀਆਂ ਅਤੇ ਜੋ ਰੈੱਡ ਜ਼ੋਨ ਵਿੱਚ ਆਉਂਦੀਆਂ ਹਨ ਓਪਨ ਰਹਿਣਗੀਆਂ, ਪਰ ਗੈਸਟ ਦੀ ਸਕਰੀਨਿੰਗ ਜ਼ਰੂਰੀ ਹੋਵੇਗੀ।